वालेकुम व्यूअर्स, कैसे हैं आप? ठीक ठाक हैं। एक बंदा बहुत ज़्यादा वीक हो गया, ਉਹਦੀ ਵਾਈਫ ਨੂੰ ਲੈ ਕੇ ਤੁਰ ਗਈ ਕਿਸੇ ਬੜੇ ਸਿਆਣੇ ਡਾਕਟਰ ਕੋਲ ਤੇ ਉਹ ਸਾਰੀ ਰਿਪੋਰਟਾਂ ਕਰਕੇ ਤੇ ਡਾਕਟਰ ਕਹਿੰਦਾ ਕਿ ਬੀਬੀ ਇਸ ਸ਼ਖਸ ਨੂੰ ਕੋਈ ਬਿਮਾਰੀ ਨਹੀਂ ਮੈਡੀਕਲੀ ਨਾ। ਤੂੰ ਕਹਿੰਦੀ ਹੈ ਕਿ ਅੱਲਾ ਦੇ ਉਹ ਬੰਦੇ ਡਾਕਟਰ ਸਾਹਿਬ ਇਹ ਤੇ ਵਜ਼ਨ ਅੱਧਾ ਇਹਦਾ ਗਵਾਚ ਗਿਆ ਜੇ ਤੇ ਮੇਰੇ ਹਾਲ ਪਿਛਲੇ 8-7 ਮਹੀਨੇ 'ਚ ਅੱਧਾ ਰਹਿ ਗਿਆ ਤੇ ਇਹਨੂੰ ਬਿਮਾਰੀ ਕੋਈ ਨਹੀਂ, ਪਤਾ ਕਰੋ ਫਿਰ ਚੈੱਕ ਕਰੋ। ਉਹ ਕਹਿੰਦਾ ਮੈਡੀਕਲੀ ਤਾਂ ਮੈਂ ਸਾਰੀ ਤਸੱਲੀ ਕਰ ਲਈ, ਤੁਸੀਂ ਇਹ ਦੱਸੋ ਕਿ ਇਹਦੇ ਨਾਲ ਹੋਇਆ ਕੀ ਹੈ, ਇਹਨੇ ਮਤਲਬ ਕਾਹਦਾ ਪ੍ਰੈਸ਼ਰ ਲੈ ਲਿਆ ਕਿ ਇੰਨਾ ਵਜ਼ਨ ਇਹਦਾ ਜਲਦੀ ਗਿਰ ਰਿਹਾ। ਉਹ ਕਹਿੰਦੀ ਹੈ ਕਿ ਅਸਲ 'ਚ ਨਾ ਇਹਨੂੰ ਇੱਕ ਕਾਲੇ ਇਲਮ ਵਾਲੇ ਨੇ ਕਹਿ ਦਿੱਤਾ ਕਿ ਤੇਰੇ ਤੇ ਮੈਂ ਇਹੋ ਜਿਹਾ ਅਮਲ ਕਰਤਾ, ਕੋਈ ਇਹੋ ਜਿਹਾ ਵਾਰ ਕੀਤਾ ਕਿ ਤੂੰ ਨਹੀਂ ਬਚਦਾ। ਹੁਣ ਉਸ ਚੀਜ਼ ਨੂੰ ਇਹਨੇ ਦਿਮਾਗ 'ਤੇ ਪਾ ਲਿਆ ਅਤੇ ਦਿਨ ਬ ਦਿਨ ਨਾ ਨੀਂਦ ਪੂਰੀ ਹੁੰਦੀ ਹੈ, ਨਾ ਕੁਛ ਖਾਂਦਾ ਹੈ, ਅਤੇ ਜ਼ਾਹਿਰ ਫਿਰ ਵਜ਼ਨ ਹੀ ਡਿੱਗਣਾ। ਡਾਕਟਰ ਆਂਦਾ ਕਿ ਠੀਕ, ਹੁਣ ਮੈਨੂੰ ਸਮਝ ਆ ਗਈ, ਤੁਸੀਂ ਇੰਝ ਕਰੋ। ਉਹਨਾਂ ਕੋਲ ਤਾਕਤ ਦੀ ਦਵਾਈ ਦੇ ਦਿੱਤੀ, ਹੁਣ ਕਿ ਲਓ ਕੈਲਸ਼ੀਅਮ ਕੁਲਸ਼ੀਅਮ ਖਾਓ। ਉਹ ਸੁਬਾਹ ਕਹੀਂ ਕੱਲ੍ਹ ਫੇਰ ਆਵੀਂ। ਵਾਪਸ ਆਇਆ ਜਦੋਂ ਕੱਲ੍ਹ, ਉਹ ਮਰੀਜ਼ ਜਿਹੜਾ ਸੀ ਅਤੇ ਉਹਨੂੰ ਹੱਸ ਕੇ ਆਂਦਾ ਡਾਕਟਰ ਕਿ ਉਹੀ ਅਮਲ ਕਰਨ ਵਾਲੇ ਦਾ ਨਾਂ ਲੈ ਕੇ ਕਿ ਮੂਧੇ ਮਸਤਾਨ ਨੂੰ ਮੈਂ ਮਿਲਿਆ ਸਾਂ ਜਿਹਨੇ ਤੇਰੇ 'ਤੇ ਅਮਲ ਕੀਤਾ, ਅਤੇ ਜਦੋਂ ਮੈਂ ਉਹਨੂੰ ਦੱਸਿਆ ਕਿ ਮੈਂ ਤੈਨੂੰ ਫੜਾ ਦੇਣਾ ਪੁਲਿਸ ਕੋਲ ਅਤੇ ਮੇਰੀ ਬੜੀ ਪਹੁੰਚ ਹੈ ਅਤੇ ਤੂੰ ਨਹੀਂ ਬਚਦਾ, ਅਤੇ ਉਹਨੇ ਫਿਰ ਤੇਰੇ ਇਸ ਅਮਲ ਦਾ ਤੋੜ ਮੈਨੂੰ ਦੱਸਿਆ। ਉਹ ਉਹਨੇ ਅਮਲ ਕੀਤਾ ਛਿਪਕਲੀ ਦੇ ਆਂਡਿਆਂ 'ਤੇ। ਉਹ ਤੈਨੂੰ ਕਿਤੇ ਉਹਨੇ ਖਵਾ ਵੀ ਛੱਡਿਆ ਵਿੱਚੋਂ ਅਤੇ ਕੋਈ ਤੇਰੇ ਉੱਤੇ ਪੜ੍ਹ ਕੇ ਉਹਨੇ ਫੂਕਿਆ ਵੀ ਹੈ। ਅਤੇ ਉਹ ਇੰਜੈਕਸ਼ਨ ਇੱਕ ਮੈਂ ਲਿਆ, ਉਹ ਹੁਣ ਮੈਂ ਤੈਨੂੰ ਇੰਜੈਕਸ਼ਨ ਲਾਵਾਂਗਾ, ਤੇਰੇ ਅੰਦਰ ਜਿਹੜਾ ਛਿਪਕਲੀ ਦਾ ਬੱਚਾ ਰਹਿ ਗਿਆ ਬੜਾ ਤੈਨੂੰ ਅੰਦਰੋਂ ਅੰਦਰ ਵੱਢਣ ਡਿਆ, ਉਹ ਜਨਾਬੇ ਵਾਲੀ ਤੂੰ ਉਲਟੀ ਕਰੇਂਗਾ ਤਾਂ ਬਾਹਰ ਆ ਜਾਏਗਾ ਅਤੇ ਤੇਰੀ ਖਲਾਸੀ ਹੋ ਜਾਏਗੀ। ਉਹ ਬੜਾ ਮਸ਼ਕੂਰ ਹੁੰਦਾ ਕਿ ਤੇਰੀ ਬੜੀ ਮਿਹਰਬਾਨੀ ਅੱਲਾ ਦੇ ਬੰਦੇ, ਇਹ ਤੇ ਕਰ, ਮੈਂ ਤਾਂ ਮਰਨ ਨੂੰ ਪਿਆ ਵਾਂ। ਉਸ ਨੇ ਵੀ ਉਹ ਇੰਜੈਕਸ਼ਨ ਲੱਗਦਾ, ਉਹਦਾ ਕੋਈ ਦਿਲ ਖਰਾਬ ਹੁੰਦਾ, ਹੁਣ ਉਹ ਬਕਾਈ ਆਉਂਦੀ ਹੈ। ਜਦੋਂ ਕਹਿ ਆਉਂਦੀ ਹੈ ਤਾਂ ਸਾਹਮਣੇ ਉਹ ਨਜ਼ਰ ਬਚਾ ਕੇ ਨਾ ਡਾਕਟਰ ਇੱਕ ਛਿਪਕਲੀ ਦਾ ਬੱਚਾ ਸੁੱਟ ਛੱਡਦਾ, ਕਹਿੰਦਾ ਲੈ ਬਈ ਤੂੰ ਵਾਪਸ ਕਾਇਮ ਹੋ ਜਾ, ਹੁਣ ਅੱਲਾ ਖੈਰ ਕਰੇ, ਤੂੰ ਸਹੀ ਹੈ। ਵੀ ਔਰ ਇਸ ਗੱਲ ਤੋਂ ਬਾਅਦ ਉਹ ਬੰਦਾ ਦਿਨ ਬਰ ਦਿਨ ਆਪਣੇ ਪੈਰਾਂ 'ਤੇ ਖਲੋ ਗਿਆ, ਠੀਕ ਹੋ ਗਿਆ। ਵੀ ਇਸ ਕਹਾਣੀ ਦਾ ਨਤੀਜਾ ਲਿਖਣ ਵਾਲੇ ਲਿਖਿਆ ਵੱਡੇ ਮਾਰ ਕਰਨ ਨਾਲ ਹੋਏ ਕਿ ਇਨਸਾਨ ਆਪਣੀ ਤਬਾਈ ਮੌਤ 'ਤੇ ਮਰਦਾ ਹੀ ਜਦੋਂ ਵਕਤ ਹੁੰਦਾ, ਉਸ ਤੋਂ ਪਹਿਲਾਂ ਉਹ ਆਪਣੇ ਦਿਮਾਗ ਦੇ ਹੱਥੋਂ ਹੀ ਕਿਸੇ ਵੀ ਚੀਜ਼ ਨੂੰ ਆਪਣੇ ਸਿਰ 'ਤੇ ਸਵਾਰ ਕਰਕੇ ਮਰ ਸਕਦਾ। ਉਹ ਕੰਮ ਨਾ ਕਰੇ। ਇਨਸਾਨ ਦੀ ਜ਼ਿੰਦਗੀ ਸਭ ਨਾਲੋਂ ਪਹਿਲਾਂ ਤਰਜੀਹ ਹੋਣੀ ਚਾਹੀਦੀ ਹੈ। ਵਹਿਮ ਅਤੇ ਗੁਮਾਨ ਨੂੰ ਆਪਣੇ ਉੱਤੇ ਨਾ ਕਾਇਮ ਕਰੋ। ਅਤੇ ਦੂਸਰਾ ਨਤੀਜਾ ਉਹਨੇ ਇਹ ਕੱਢਿਆ ਸੀ ਕਿ ਜੇ ਕੋਈ ਬੰਦਾ ਵਿਚਾਰਾ ਇਸ ਤਰ੍ਹਾਂ ਦੇ ਕਿਸੇ ਮਰਜ਼ ਦਾ, ਕਿਸੇ ਵਹਿਮ ਦਾ ਸ਼ਿਕਾਰ ਹੋ ਜਾਏ, ਕਿਸੇ ਪਰੇਸ਼ਾਨੀ ਨੂੰ ਉਹ ਆਪਣੇ ਸਿਰ 'ਤੇ ਸਵਾਰ ਕਰ ਲਏ ਅਤੇ ਉਹਨੂੰ ਹੋਇਆ ਪਾਗਲ ਹੋ ਗਿਆ, ਹੋਇਆ ਖਿਸਕ ਗਿਆ, ਓਏ ਇਹਨੂੰ ਪਾਗਲਖਾਨੇ ਲੈ ਜਾਓ, ਉਹਨੂੰ ਇੰਝ ਕਹਿ ਕੇ ਤਾਂ ਸੱਚੀ ਮੁੱਚੀ ਨਾ ਪਾਗਲ ਕਰ ਦਿਆ ਕਰੋ। ਉਹਦਾ ਹੱਲ ਨਹੀਂ ਸੋਚ ਸਕਦੇ ਅਤੇ ਉਹਦਾ ਹਮਦਰਦੀ ਕਰੋ, ਜਾਂ ਕੋਈ ਇਹੋ ਜਿਹੇ ਡਾਕਟਰ ਦੇ ਉਹਨੂੰ ਮੱਥੇ ਲਾ ਦਿਓ। ਅੱਲਾਹ ਤਾਲਾ ਕਿਸੇ ਲਈ ਆਸਾਨੀਆਂ ਪੈਦਾ ਕਰਨ ਵਾਲੇ ਲਈ ਆਸਾਨੀਆਂ ਪੈਦਾ ਕਰਾ ਛੱਡਦਾ ਦੂਜਿਆਂ ਦੇ ਹੱਥੋਂ, ਅਤੇ ਕਿਸੇ ਦੇ ਬੁਰੇ ਹਾਲਾਤ ਪੈਦਾ ਕਰਨ ਲਈ ਉਹਦੇ ਅੱਗੇ ਬੁਰੇ ਹਾਲਾਤ ਵਾਲਾ ਮਾਹੌਲ ਬਣਾ ਛੱਡਦਾ। ਅੱਲਾ ਹਾਫਿਜ਼।